ਵਾਲੇਕੁਮ ਜੀ। ਅਸੀਂ ਅੱਜ ਆਏ ਹਾਂ ਅਰਫਾਨ ਮਹਿਰ ਸਾਹਿਬ ਦੇ ਕੋਲ, ਜਿਹੜੇ ਕਿਸੇ ਤਾਰਫ ਦੇ ਮੁਹਤਾਜ ਨਹੀਂ। ਤੇ ਜਨਾਬ ਇਹਨਾਂ ਨੂੰ ਪੁੱਛਦੇ ਹਾਂ ਕਿ ਇਹ ਟਿਕਟੌਕ ਬਣਾਉਂਦੇ ਨੇ ਤੇ ਬੜੇ ਫੇਮਸ ਹੋਏ ਨੇ, ਦੁਨੀਆ ਬੜੀ ਲਾਈਕ ਕਰਦੀ ਹੈ ਇਹਨਾਂ ਦੀ ਟਿਕਟੌਕ। ਤੇ ਅੱਜ ਉਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਨੂੰ ਟਿਕਟੌਕ ਬਣਾਉਣ ਦੇ ਕੀ ਨਜ਼ਾਰੇ ਆ ਰਹੇ ਨੇ ਤੇ ਕੀ ਰਿਵਿਊ ਮਿਲਦੇ ਨੇ। अस्सलाम वालेकुम जी। वालेकुम अस्सलाम सर। ਮਹਿਰ ਸਾਹਿਬ ਕੀ ਹਾਲ ਹੈ ਤੁਹਾਡਾ? अल्लाह का शुक्र है सर। ਮੈਂ ਵੇਖਦਾ ਰਹਿਣਾ ਵਾ ਜਿਹੜੀ ਤੁਸੀਂ ਟਿਕਟੌਕ ਬਣਾਉਂਦੇ ਹੋ, ਮਾਸ਼ਾਅੱਲਾ ਦੁਨੀਆ ਇੰਜੋਏ ਕਰਦੀ ਹੈ ਬਈ। ਬਾਜੀ ਲੱਗੇ ਆ ਧਿਆਨੇ ਦੁਨੀਆ ਦਾ ਪਿਆਰ ਹੈ, ਜਿਹੜੇ ਮੁਹੱਬਤ ਕਰਦੇ ਨੇ। ਬੜੀ ਬੜੀ ਮਿਹਰਬਾਨੀ ਹੈ, ਤੁਸੀਂ ਦੁਨੀਆ ਨੂੰ ਹਸਾ ਰਹੇ ਹੋ। ਇਹ ਹਸਾਣਾ ਵੀ ਇੱਕ ਇਬਾਦਤ ਹੈ। ਬਿਲਕੁਲ ਸਹੀ ਹੈ ਜੀ। ਤੇ ਮੈਂ ਤੁਹਾਡੇ ਕੋਲ ਕੋਈ ਸਵਾਲਾਤ ਲੈ ਕੇ ਆਇਆ ਹਾਂ। ਜੀ ਹੁਕਮ ਕਰੋ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵਾਂ ਕਿ ਤੁਹਾਡੀ ਉਮਰ ਕਿੰਨੀ ਹੈ? ਮੇਰੀ ਜਨਾਬ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ, ਜਦੋਂ ਕਾਇਦ ਆਜ਼ਮ ਨੇ ਪਹਿਲਾ ਜਲਸਾ ਮਨਾਰੇ ਪਾਕਿਸਤਾਨ ਵਿੱਚ ਕੀਤਾ ਹੈ, ਜੀ ਜੀ, ਉਦੋਂ ਮੈਂ ਕੋਈ 73-72 ਸਾਲ ਦਾ ਸਾਂ। ਤੇ ਮੈਂ ਤੇ ਤੁਹਾਡੇ ਦਾਦੇ ਨੇ ਰਲ ਕੇ ਬੜੀ ਜਦੋਜਹਿਦ ਕੀਤੀ ਹੈ ਪਾਕਿਸਤਾਨ ਬਣਨ ਵਿੱਚ। ਤੇ ਦਾਦਾ ਜੀ ਦੇ ਫੌਤ ਹੋ ਗਏ ਨੇ, ਉਹ ਤੁਹਾਨੂੰ ਬੜਾ ਯਾਦ ਕਰ ਰਹੇ ਨੇ। ਤੇ ਕਦੋਂ ਜਾਣਾ ਜੀ ਉਹਨਾਂ ਕੋਲ? ਬਾਜੀ ਉਹਨਾਂ ਦਾ ਮਰਨਾ ਬਣਦਾ ਹੀ ਸੀ। ਉਹਨਾਂ ਨੂੰ ਪਤਾ ਸੀ ਕਿ ਮੇਰੇ ਪੁੱਤਰ ਕੋਲੋਂ ਕਿਹੜੀ ਚਵਲ ਵੱਜ ਗਈ ਹੈ, ਪੋਤਰਾ ਕਿਹੜਾ ਜੰਮ ਪਿਆ ਵਾ, ਉਹ ਤਦ ਮਰ ਗਏ ਨੇ। ਤੁਸੀਂ ਤੇ ਗੁੱਸਾ ਕਰ ਗਏ ਹੋ ਜਨਾਬ। ਗੁੱਸਾ ਕੀ ਕਰਾਂ, ਹੋਰ ਕੀ? ਤੂੰ ਮੇਰੀ ਉਮਰ ਪੁੱਛਣ ਡਿਆ? ਤੈਨੂੰ ਨਹੀਂ ਲੱਗਦਾ ਕਿ ਮੈਂ ਹਾਲਾਂ ਕੋਈ ਹੈਗਾ ਵਾ 20-22 ਸਾਲਾਂ ਦਾ? ਇਹ ਮੇਰਾ ਖਿਆਲ ਹੈ ਗਿਣਤੀ ਤੂੰ 100 ਵੱਲੋਂ ਸ਼ੁਰੂ ਕੀਤੀ ਹੈ। ਜਨਾਬ ਨਹੀਂ, ਮੈਂ ਇਸ ਟਾਈਮ ਆਇਆ ਵਾਂ ਕੋਈ 42-43 ਸਾਲ ਦਾ। ਅੱਛਾ ਅੱਛਾ, 42-43 ਸਾਲ ਦਾ। ਚਲੋ ਇਹ ਤੇ ਮੰਨਣ ਤੇ ਆਉਂਦੀ ਹੈ ਗੱਲ ਜੀ। ਇਹ ਦੱਸੋ ਕਿ ਤੁਸੀਂ ਕਿੱਥੇ ਰਹਿੰਦੇ ਹੋ? ਮੈਂ ਕਿੱਥੇ ਰਹਿਣਾ ਵਾਂ? ਹਾਂ, ਇਸ ਟਾਈਮ ਤੇ ਮੇਰੀ ਖਿਆਲੀ ਸ਼ਾਹਪੁਰ ਬਾਜ਼ਾਰ ਵਿੱਚ ਜਨਾਬ ਰਿਹਾਇਸ਼ ਹੈ। ਉਹ ਜਨਾਬ ਰਿਹਾਇਸ਼ ਤੁਹਾਡੀ ਹੋਣੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਕਿਹੜੇ ਸ਼ਹਿਰ 'ਚ ਰਹਿੰਦੇ ਹੋ? ਅਸੀਂ ਗੁਜਰਾਤ ਸ਼ਹਿਰ 'ਚ ਰਹਿੰਦੇ ਹਾਂ ਸਰ। ਅੱਛਾ ਅੱਛਾ, ਆਪਣਾ ਸ਼ਹਿਰ ਹੈ ਸ਼ਹਜ਼ਾਦਾ ਹਾਂਜੀ, ਸ਼ਹਿਰ ਗੁਜਰਾਤ ਗੁਜਰਾਤ। ਭਲਵਾਨਾਂ ਦਾ ਸ਼ਹਿਰ। ਕਦੀ ਭਲਵਾਨ ਹੁੰਦੇ ਹਨ ਇੱਥੇ ਬੜੇ ਮਸ਼ਹੂਰ, ਗੁੱਜਰ ਵੀ ਹੁੰਦੇ ਹਨ ਜਨਾਬ। ਚੌੜੇ ਚੌੜੇ ਪਿੰਡੇ, ਐਡੀ ਐਡੀ ਮੁੱਛ, ਐਡੇ ਐਡੇ ਕੱਦ, ਥੱਲੇ ਨਵਾਂ ਯਾਮਾ, 20 ਮਣ ਦੁੱਧ ਲੱਦੇ ਹੈ ਗੁੱਜਰ ਜਾ ਰਿਹਾ ਹੈ। ਸਾਹਮਣੇ ਉਹ ਟਰੱਕ ਵੱਜਿਆ, ਯਾਮਾ ਇੱਧਰ ਪਿਆ, ਦੁੱਧ ਇੱਧਰ ਪਿਆ, ਗੁੱਜਰ ਜਾ ਰਿਹਾ ਹੈ। ਤੇ ਅੱਜ ਕੱਲ੍ਹ ਜਨਾਬ ਇੰਨਾ ਕੁ ਸ਼ਹਿਰ ਸਾਡਾ ਜਿਹੜਾ ਨਾ ਮਾੜਾ ਹੋ ਗਿਆ ਕਿ ਚੌਧਰੀ ਸਾਹਿਬ ਹੁਣ ਤੇ ਗੁੱਜਰ ਮੱਝ ਦਾ ਸੰਗਲ ਚੁੱਕਾ ਲੱਗਿਆ, ਮੂੰਹ ਪਰਨੇ ਜਾ ਪੈਂਦੇ ਨੇ। ਠੀਕ ਆਂਦੇ ਹੋ। ਇਹ ਟਿਕਟੌਕ ਬਣਾ ਰਹੇ ਹੋ ਤੇ ਇਹ ਨਾ ਹੋਵੇ ਕਿ ਗੁੱਜਰ ਤੁਹਾਡੇ ਤੇ ਕੋਈ ਹਮਲਾ ਕਰ ਦੇਵੇ। ਉਹਨੇ ਨਹੀਂ, ਗੁੱਜਰ ਆਪਣੇ ਭਰਾ ਨੇ, ਗੁੱਜਰ ਆਪਣੇ ਸ਼ਹਜ਼ਾਦੇ ਵੀਰ ਨੇ। ਇਹ ਸਾਡਾ ਸ਼ਹਿਰ ਹੀ ਗੁੱਜਰਾਂ ਦੇ ਨਾਂ ਤੋਂ ਮਸ਼ਹੂਰ ਹੈ। ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ, ਔਰ ਬੜਾ ਪਿਆਰ ਹੈ ਗੁੱਜਰਾਂ ਦੇ ਨਾਲ ਸਾਡਾ। ਅੱਛਾ, ਮੈਂ ਪੁੱਛਣਾ ਇਹ ਚਾਹੁੰਦਾ ਹਾਂ ਕਿ ਤੁਸੀਂ ਕਿਹੜੇ ਮਹੱਲੇ 'ਚ ਪੈਦਾ ਹੋਏ ਹੋ? ਮੈਂ ਜਨਾਬ ਮਹੱਲੇ 'ਚ ਪੈਦਾ ਹੋਇਆ ਵਾਂ ਕਿ ਭਗਵਾਨਪੁਰਾ। ਅੱਛਾ, ਬਾਗਬਾਨਪੁਰਾ। ਜੀ ਜੀ। ਤੇ ਕਿਹੜੇ ਮੂੰਹ ਨਾਲ ਉੱਥੇ ਪੈਦਾ ਹੋਏ ਹੋ? ਮੈਨੂੰ ਨਿਓਲੇ ਦਾ ਮੂੰਹ ਲੱਗਾ ਸੀ ਜਨਾਬ। ਇਹੀ ਮੂੰਹ ਨਾਲ ਪੈਦਾ ਹੋਇਆ, ਹੋਰ ਮੇਰੇ ਕੋਲ ਵੱਖਰਾ ਮੂੰਹ ਲੱਗਣਾ ਸੀ? ਉਹ ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਪੈਦਾ ਹੋਏ ਹੋ ਤੁਹਾਡੇ ਮਹੱਲੇ ਵਾਲਿਆਂ ਨੂੰ ਖੁਸ਼ੀ ਹੋਈ ਹੈ ਜਾਂ? ਮਹੱਲੇ ਵਾਲਿਆਂ ਨੂੰ ਕਾਹਦੀ ਖੁਸ਼ੀ ਹੋਣੀ? ਖੁਸ਼ੀ ਮੇਰੇ ਮਾਪਿਓ ਨੂੰ ਹੋਣੀ ਹੈ, ਮੇਰੇ ਚਾਚੇ ਤਾਇਆਂ ਨੂੰ ਹੋਏਗੀ, ਮੇਰੇ ਮਾਮਿਆਂ ਨੂੰ ਹੋਏ, ਮੇਰੀਆਂ ਖਾਲਾਂ ਨੂੰ ਹੋਏਗੀ। ਮਹੱਲੇ ਵਾਲੇ ਮਾਮੇ ਲੱਗਦੇ ਨੇ, ਉਹਨਾਂ ਨੂੰ ਖੁਸ਼ੀ ਹੋਏਗੀ। ਨਹੀਂ, ਜਦੋਂ ਤੁਸੀਂ ਨਹੀਂ, ਤੂੰ ਗੱਲਾਂ ਹੀ ਜਿਹਦੀਆਂ ਪੁੱਛਣੀਆਂ, ਮਹੱਲੇ ਵਾਲੇ ਕਿਉਂ ਖੁਸ਼ ਹੋਣਗੇ? ਮੈਂ ਤੁਹਾਡਾ ਇੰਟਰਵਿਊ ਲੈਣ ਆਇਆ, ਮੈਂ ਕਿਸੇ ਕਿਸਮ ਦਾ ਵੀ ਸਵਾਲ ਕਰ ਸਕਣਾ? ਤੇ ਤੂੰ ਸਵਾਲ ਕਰਨਾ, ਚਵਲਾ ਤਾਂ ਨਾ ਮਾਰ। ਨਹੀਂ, ਜਦੋਂ ਤੁਸੀਂ ਪੈਦਾ ਹੋਏ ਹੋ, ਆਹੋ, ਮਾਂ ਪਿਓ ਨੂੰ ਖੁਸ਼ੀ ਹੁੰਦੀ ਹੈ ਬੜੀ। ਤੇ ਉਹ ਖੁਸਰੇ ਵੀ ਆਉਂਦੇ ਨੇ ਵਧਾਈ ਲੈਣ, ਤੇ ਉਹਨਾਂ ਨੇ ਕਿਹੜੇ ਗਾਣੇ ਬੋਲੇ ਹੁੰਦੇ? ਅੱਲਾ ਜੀਵੇ ਕਾਕਾ ਜਾਂ ਅੱਲਾ ਮਰੇ ਕਾਕਾ? ਉਹ ਭਰਾਵਾ ਪਹਿਲੇ ਨੰਬਰ ਤੇ ਉਦੋਂ ਖੁਸਰੇ ਆਉਂਦੇ ਨਹੀਂ ਸਨ, ਭੰਡ ਆਉਂਦੇ ਸਨ। ਅੱਛਾ। ਤੇ ਉਹ ਬਸ ਵਧਾਈ ਲੈ ਕੇ ਨਿਕਲ ਗਏ ਨੇ। ਨਹੀਂ, ਜਿਹੜੀ ਹਿਸਟਰੀ ਤੁਹਾਡੀ ਮੇਰੇ ਕੋਲ ਆਈ ਹੈ ਨਾ, ਉਹ ਮੈਨੂੰ ਪਤਾ ਲੱਗਾ ਵੇ ਕਿ ਜਦੋਂ ਭੰਡ ਆਏ ਹਨ ਨਾ, ਤਾਂ ਉਦੋਂ ਦੌਰ ਦੇ ਵਿੱਚ ਤੁਹਾਡੇ ਅੱਬੇ ਨੇ 220 ਰੁਪਏ ਉਹਨਾਂ ਕੋਲ ਹਜ਼ਾਰ ਦੇ ਲਏ ਹਨ। ਭੰਡਾਂ ਕੋਲੋਂ? ਭੰਡਾਂ ਕੋਲ। ਕਰੂ ਆਦਮੀ ਉਹ ਕਰੂ। ਜਦੋਂ ਮੈਂ ਪੈਦਾ ਹੋਇਆ ਵਾ ਨਾ, ਉਦੋਂ 220 ਰੁਪਏ ਦੀ ਬੜੀ ਵੈਲਿਊ ਹੁੰਦੀ ਸੀ। ਓਏ ਉਹ ਫਰਾਉਣ ਦਿਆ ਚੁਗਲਖੋਰਾ, ਕੋਈ ਇੰਜ ਦੀ ਗੱਲ ਕਰ, ਕੋਈ 10 5 ਰੁਪਏ 15 ਰੁਪਏ ਲੈ ਹੁੰਦੇ, ਮੇਰੇ ਅੱਬੇ ਨੇ ਬੜੀ ਵੱਡੀ ਗੱਲ ਨਹੀਂ। ਨਹੀਂ, ਜਦੋਂ ਤੁਸੀਂ ਪੈਦਾ ਹੋਏ ਹੋ, ਉਹ ਮੇਰੇ ਸੁਣਨ ਅੰਦਰ ਆਇਆ ਵੇ। ਮੈਂ ਭਰਾਵਾ ਜਿੰਨਾ ਕੋ ਮੈਨੂੰ ਤੂੰ ਪੁੱਛਣ ਡਿਆ, ਮੈਂ ਪੈਦਾ ਹੋਇਆ ਹੀ ਨਹੀਂ। ਮੈਂ ਉੱਗਿਆ ਵਾਂ। ਇਹ ਮੈਂ ਆਇਆ ਨਹੀਂ 10 ਮਣ ਗੋਹੇ ਨੂੰ ਅੱਗ ਲਾਈ, ਵਿੱਚੋਂ ਮੈਂ ਨਿਕਲ ਆਇਆ ਵਾਂ। ਉਹ ਮੇਰਾ ਵੀਰ, ਉਹ ਪੈਦਾ ਅਗਲੀ ਕੋ ਗੱਲ ਪੁੱਛ ਲੈ। ਉਹ ਭਾਈ ਮੇਰੇ, ਮੈਂ ਤੂੰ ਦਾਈ ਦਾ ਮੁੰਡਾ ਸਾਲਿਆ, ਤੂੰ ਅਗਲੀ ਗੱਲ ਪੁੱਛ ਮੇਰੇ ਕੋਲੋਂ। ਮੈਂ 750 ਕਿਰਾਇਆ ਲਾ ਕੇ ਆਇਆ ਵਾਂ। ਤੈਨੂੰ ਪੈਦਾ ਹੋਣਾ ਪੈਣਾ, ਇਹ ਪੈਦਾ ਹੋ। ਕਿਉਂਕਿ ਅੱਛਾ ਜੀ ਹੋ ਗਿਆ ਜਨਾਬ। ਅੱਗੇ ਚੱਲ, ਤੇਰੀ ਬੜੀ ਮਿਹਰਬਾਨੀ। ਪੈਦਾ ਤੇ ਹੋ ਗਿਆ ਵੇ। ਤੇ ਇਹ ਦੱਸ ਕਿ ਅੱਜ ਕੱਲ ਕਿੱਥੇ ਰਹਿਣਾ ਵੇ? ਅੱਜ ਕੱਲ ਤਾਂ ਮੈਂ ਇੱਥੇ ਰਹਿ ਰਿਹਾ ਵਾਂ ਜਨਾਬ। ਇੱਥੋਂ ਫਿਰ ਅਸੀਂ ਗੁਜਰਾਂ ਦੇ ਵਿੱਚੋਂ ਥੋੜਾ ਨਾ ਮਸਲਾ ਬਣ ਗਿਆ। ਕੀ ਮਸਲਾ ਬਣ ਗਿਆ? ਫਿਰ ਮੈਂ ਏਡਾ ਗੁੱਸਾ
ਤੇ ਅਸੀਂ ਮਰੀਦ ਕੇ ਟੁਰ ਗਏ। ਅੱਛਾ ਅੱਛਾ, ਐਡਾ ਕੁ ਹੈ ਆਹੋ ਤੇ ਮਰੀਦ ਕੇ ਟੁਰ ਗਏ। ਹਾਂਜੀ। ਤੇ ਅੱਬਾ ਜੀ ਨੇ ਇੱਥੇ ਕਿਸੇ ਦਾ ਕਰਜ਼ਾ ਦੇਣਾ ਹੈ ਜਾਂ ਮਰੀਦ ਕੇ ਟੁਰ ਗਏ ਹੋ, ਜਾਂ ਅੱਬਾ ਜੀ ਨੇ ਚੋਰੀ ਕੀਤੀ ਫੜੇ ਗਏ ਹੋ? ਉਹ ਭਰਾਵਾ ਕਹਿਣ ਤੇ ਡਿਆ ਵਾਂ, ਦੁਸ਼ਮਣਦਾਰ ਆਦਮੀ ਆ, ਲੜਾਈ ਝਗੜਾ ਹੋ ਗਿਆ, ਮਰੀਦ ਕੇ ਟੁਰ ਗਏ। ਇੱਥੇ ਲੜਾਈ ਝਗੜੀ ਹੋਈ ਤੇ ਫਿਰ ਅਸੀਂ ਉੱਥੇ ਟੁਰ ਗਏ ਮਰੀਦ ਕੇ। ਐਡਾ ਕੁ ਸਾਂ ਮੈਂ ਉੱਥੇ। ਅੱਛਾ ਅੱਛਾ, ਐਡਾ ਕੁ ਹੈ ਤੇ ਮਰੀਦ ਕੇ ਟੁਰ ਗਏ। ਹਾਂਜੀ। ਤੇ ਗਏ ਕਿੱਥੇ ਉਹ ਦੱਸੋ ਮੈਨੂੰ। ਉਹ ਮਰੀਦ ਕੇ ਗਿਆ ਏ, ਉਹ ਮਿਸਰ ਦੇ ਗੱਦਾਰਾ ਮਰੀਦ ਕੇ। ਇਹ ਲਾਹੌਰ ਤੋਂ ਉਰਲੀ ਸਾਈਡ ਸਦਰੇ ਤੋਂ ਕੋਲ ਤੇ ਆਪਣਾ ਸਾਧੋਕੀ ਤੋਂ ਅਗਲੀ ਸਾਈਡ ਤੇ ਮਰੀਦ ਕੇ ਸ਼ਹਿਰ ਏ, ਉੱਥੇ ਗਏ ਆ ਅਸੀਂ। ਅੱਛਾ ਅੱਛਾ, ਇਹ ਮੈਨੂੰ ਕਿਹਾ ਮਿਸਰ ਦੇ ਗੱਦਾਰਾ ਚੋਰਾ ਸਭ ਕੁਝ ਮੈਨੂੰ ਕਿਹਾ। ਸੌ ਬਿਸਮਿਲ੍ਲਾ ਜੀ। ਉੱਥੇ ਜਾ ਕੇ ਜਨਾਬ ਫਿਰ ਬੜੀਆਂ ਗਏ ਕਿੱਥੇ ਇਹ ਤਾਂ ਪਹਿਲਾਂ ਕਲੀਅਰ ਕਰ ਲਓ, ਗਏ ਕਿੱਥੇ? ਉੱਥੇ ਜਾ ਕੇ ਵੀ ਜਿਵੇਂ ਦਾ ਤੇਰਾ ਮੂੰਹ ਹੈ ਲੋਕਾਂ ਨੂੰ ਤੰਗ ਹੀ ਕੀਤਾ ਹੋਣਾ, ਚੋਰੀ ਦੀ ਕੀਤੀ ਹੋਣੀ। ਸਟੇਸ਼ਨ ਤੇ ਧੁੰਨੀ ਵਹਾ ਕੇ ਮੰਗਣ ਵਾਲਿਆ। ਅੱਛਾ ਅੱਛਾ, ਸਟੇਸ਼ਨ ਤੇ ਧੁੰਨੀ ਵਹਾ ਕੇ ਮੈਂ ਮੰਗਣਾ। ਤੇ ਗਏ ਕਿੱਥੇ? ਉਹ ਭਰਾਵਾ ਮਰੀਦ ਕੇ ਗਏ ਸਾਂ। ਉੱਥੇ ਫਿਰ ਅਸੀਂ ਜਿਹੜਾ ਨਾ ਬੜੀ ਦੇਰ ਰਹੇ ਆ, ਯਾਰ ਦੋਸਤ ਵੀ ਬਣੇ। ਜਦੋਂ ਤੁਸੀਂ ਮਰੀਦ ਕੇ ਗਏ ਹੋ ਆਹੋ, ਤੇ ਮਰੀਦ ਕੇ ਕਿੱਥੇ ਚਲਾ ਗਿਆ? ਮਰੀਦ ਕੇ ਉੱਥੇ ਜੀ ਤੇਰੀ ਭੈਣ ਦੇ ਪਿੰਡ ਗਿਆ ਸਾਲਿਆ। ਓਏ ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ। ਉਹ ਕੀ ਈਦ ਦੇਣ ਗਿਆ ਤੇਰੀ ਵੱਡੀ ਮਸ਼ੀਰਾਂ ਨੂੰ। ਮਰੀਦ ਕਾ ਉੱਥੇ ਰਹਿਣਾ ਸੀ, ਮਰੀਦ ਕੇ ਕਿੱਥੇ ਜਾਣਾ ਸੀ? ਅੱਛਾ ਅੱਛਾ, ਚਲੋ ਈਦ ਵੀ ਦਿੱਤੀ ਹੋਣੀ ਹੈ। ਚਲੋ ਮੈਂ ਤੁਹਾਡੀ ਗੱਲ ਦਾ ਗੁੱਸਾ ਹੀ ਨਹੀਂ ਕਰਦਾ। ਚਲੋ ਤੁਸੀਂ ਇਹ ਦੱਸੋ ਗਏ ਕਿੱਥੇ? ਤੇ ਮਰੀਦ ਕੇ ਗਿਆ, ਅੱਗੋਂ ਵੀ ਕੋ ਪੁੱਛ ਲੈ। ਸੱਚੀ ਮੁੱਚੀ ਤੈਨੂੰ ਕਹਿਣ ਡਿਆ, ਖੁਦਾ ਦਾ ਵਾਸਤੇ ਹੀ ਅੱਗੋਂ ਪੁੱਛ ਲੈ ਜੇ ਕੋਈ ਸਵਾਲ ਲੈ ਕੇ ਆ ਗਿਆ ਤੇ। ਅੱਛਾ ਚਲੋ ਜੀ, ਅੱਗੋਂ ਪੁੱਛਨੇ ਆ। ਹਾਂ, ਇਹ ਇਰਫਾਨ ਮਹਿਰ ਸਾਹਿਬ ਗਏ ਕਿੱਥੇ? ਅਗਲੀ ਗੱਲ ਪੁੱਛ ਮੇਰਾ ਪੁੱਤਰ। ਚਲੋ ਉਹ ਦੱਸੋ ਨਾ, ਤੁਸੀਂ ਆਪਣਾ ਇੰਟਰਵਿਊ ਜਾਰੀ ਰੱਖੋ। ਜੀ ਜੀ, ਉੱਥੇ ਚਲੇ ਗਏ। ਉੱਥੇ ਅਸੀਂ ਫਿਰ ਜਾ ਕੇ ਲਿਆ ਜਨਾਬ, ਹਾਸੇ ਵਾਲੀ ਗੱਲ ਸੁਣਾਵਾਂ। ਅਸੀਂ ਸਾਨੂੰ ਵੀ ਪੈ ਗਿਆ ਹਾਂ। ਜਦੋਂ ਡਕੈਤ ਬੰਦੇ ਮਰੀਦ ਕੇ ਵੜ ਗਏ। ਹਾਂ, ਅਸੀਂ ਲੈ ਲਿਆ ਜਨਾਬ ਉੱਥੇ ਇੱਕ ਅਮਰੂਦਾਂ ਦਾ ਬਾਗ। ਆਹ ਅਮਰੂਦਾਂ ਦਾ ਬਾਗ ਲੈ ਲਿਆ। ਹਾਂਜੀ। ਅਜੇ ਕੋਈ ਔਕਾਤ ਤੁਹਾਡੀ ਇੱਥੇ ਕਿਲੋ ਅਮਰੂਦ ਲੈਣ ਦੀ ਨਹੀਂ, ਤੇ ਅਮਰੂਦਾਂ ਦਾ ਬਾਗ ਲੈ ਲਿਆ। ਅੱਬਾ ਹੀ ਅੱਲਾ ਜਨਤਾ 'ਚ ਘਰ ਕਰੇ। ਉਹਨਾਂ ਨੇ ਨਾ ਬਾਗ ਲਿਆ ਸੀ ਮੁਰੀਦ ਕੇ ਦੇ ਨਾਲ, ਬੁੱਢਣ ਕੀ ਪਿੰਡ ਏ ਉੱਥੇ। ਅੱਛਾ ਚਲੋ ਜੀ, ਅਸੀਂ ਤੁਹਾਡੀ ਮੰਨ ਲੈਂਦੇ ਹਾਂ। ਅਜੇ ਕਿ ਚਾਰੇ ਖਾਨਿਆਂ ਦੇ ਵਿੱਚ ਕਦੀ ਵੀ ਮੈਨੂੰ ਯਕੀਨ ਨਹੀਂ ਹੁੰਦਾ ਕਿ ਤੁਸੀਂ ਬਾਗ ਲਿਆ ਹੋਣਾ। ਓਏ ਅਸਾਂ ਕਦੋਂ ਲਿਆ? ਵਾਲਦ ਸਾਹਿਬ ਨੇ ਲਿਆ ਭਰਾਵਾ। ਚਲੋ ਵਾਲਦ ਸਾਹਿਬ ਨੇ ਲਿਆ ਸੀ ਬਾਗ ਤੇ। ਤੂੰ ਗਰਮੀਆਂ 'ਚ ਅਮਰੂਦ ਖਾਈਏ ਨਾ, ਹਾਂ, ਤੇ ਉਹਨੂੰ ਇੰਜ ਕਰਕੇ ਛਿੱਲੀਏ, ਜੀ ਜੀ, ਦੋ ਟੋਟੇ ਕਰੀਏ, ਵਿੱਚੋਂ ਤੇਰੇ ਅਗਰਾਂ ਦੀ ਸੁੰਡੀ ਨਿਕਲਦੀ। ਅਗਲੀ ਗੱਲ ਸੁਣ ਲੈ, ਅੱਗੋਂ ਨਾ ਬੋਲੀ ਓਏ, ਅੱਗੋਂ ਨਾ ਬੋਲੀ ਭਾਈ। ਮੈਂ ਅੱਛਾ ਮਾਮਾ ਤੋਂ ਇੰਟਰਵਿਊ ਲੈਣ ਆਇਆ ਕਿ ਮੇਰਾ ਤੂੰ ਜ਼ਰੀਰ ਕਰਨ ਆਇਆ? 730 ਰੁਪਏ ਕਿਰਾਇਆ। 730 ਰੁਪਏ ਮੇਰੀ ਖਾਤਰ ਲਾ ਕੇ ਆਇਆ ਤੂੰ? ਤੁਹਾਡੇ ਕੋਲ ਤੁਹਾਡੀ ਖਾਤਰ ਹੀ ਆਇਆ। ਤੇਰੀ ਖਾਤਰ ਆਇਆ ਨਾ ਆ ਤੂੰ। ਆ ਪੂਰੀ ਦੁਨੀਆ ਨੇ ਤੁਹਾਡਾ ਇੰਟਰਵਿਊ। ਉਹ ਨਾ ਵੇਖਿਓ ਪੂਰੀ ਦੁਨੀਆ। ਅੱਛਾ ਅੱਛਾ, ਤੁਸੀਂ ਗੁੱਸਾ ਨਾ ਕਰੋ। ਪੂਰੀ ਦੁਨੀਆ। ਭਾਈ ਅਗਲਾ ਸਵਾਲ ਤੂੰ ਪੁੱਛ। ਅੱਛਾ, ਮਰੀਦ ਕੇ ਗਏ, ਅਮਰੂਦਾਂ ਦਾ ਬਾਗ ਲੈ ਲਿਆ। ਉਹ ਅਮਰੂਦਾਂ ਦਾ ਬਾਗ ਭੈੜਾ ਪੈ ਗਿਆ। ਉਹ ਭੈੜਾ ਨਹੀਂ ਪੈ ਗਿਆ, ਸਹੀ ਸੀ। ਅੱਛਾ, ਉਹ ਮਾਲਕ ਨੇ ਤੁਹਾਨੂੰ ਬੰਨ ਲਿਆ। ਬੰਨ ਕਰ ਤੋਂ ਲਿਆ ਸੀ ਕੀ ਉੱਥੇ ਕਿਆਰੇ ਬੈਠੀ ਆ? ਬੰਨ ਲਿਆ। ਅੱਛਾ ਚਲੋ ਸੁਣਾਓ ਆਪਣੀ। ਮਾਲਕ ਨੇ ਬੰਨ ਲਿਆ। ਜਿਹੜੀ ਤੁਸੀਂ ਵਾਰਦਾਤ ਕੀਤੀ ਸੀ ਨਾ ਬਾਗ ਦੇ ਮਾਲਕ ਨਾਲ, ਸੁਣਾਓ ਸੁਣਾਓ। ਬਾਗ ਦਾ ਮਾਲਕ ਤੇਰੀ ਫੂਫੀ ਦਾ ਬੰਦਾ ਸੀ ਸਾਲਿਆ, ਜਿਹੜੀ ਆਹ ਵਾਰਦਾਤ ਕੀਤੀ। ਅਸੀਂ ਕੀ ਕਰ ਬੈਠੇ ਆ? ਯਾਰ ਠੇਕੇ ਤੇ ਬਾਗ ਲਿਆ ਉੱਥੇ ਅਮਰੂਦਾਂ ਦਾ ਬਸ। ਅੱਛਾ, ਠੇਕੇ ਤੇ ਬਾਗ ਲਿਆ। ਆਹੋ। ਉਹ ਬਾਗ ਦੇ ਵਿੱਚ ਅਮਰੂਦ ਲੱਗੇ, ਉਹ ਮੰਡੀ ਭੇਜੇ। ਉਹ ਅਮਰੂਦ ਹੀ ਲੱਗਦੇ ਨੇ, ਹੋਰ ਉੱਥੇ ਕੀ ਆਂਡੇ ਲੱਗਣੇ ਸਨ? ਅਮਰੂਦ ਹੀ ਲੱਗਣੇ ਨੇ। ਮਹਿਰ ਸਾਹਿਬ ਮੈਨੂੰ ਕਿਸੇ ਹੋਰ ਦਿਨ ਦਾ ਟਾਈਮ ਦੇ ਦਿੰਦੇ, ਅੱਜ ਤੇ ਤੁਸੀਂ ਗੁੱਸੇ ਜੀ ਹੋ। ਗੁੱਸੇ 'ਚ ਤੂੰ ਗੱਲਾਂ ਹੀ ਜਿੱਦੀਆਂ ਪੁੱਛਣ ਦੇ ਆ। ਅੱਛਾ, ਬਾਗ ਲਿਆ ਤੁਸੀਂ। ਬਾਗ ਲੈ ਲਿਆ ਭਾਈ, ਮੈਂ ਸਾਹਮਣੇ ਬਾਗ ਲੈ ਲਿਆ। ਇਹ ਕੋ ਹਾਸੇ ਵਾਲੀ ਗੱਲ ਹੈ ਵੇ? ਬਾਗ ਲੈ ਲਿਆ, ਬਾਗ ਲੈ ਲਿਆ। ਉਹ ਵਾਲਾ ਸਾਹਿਬ ਨੇ ਬਾਗ ਲਿਆ, ਉੱਥੇ ਮੂਲੀਆਂ ਬੀਜੀਆਂ। ਇਹ ਅਮਰੂਦਾਂ ਦੇ ਬਾਗ 'ਚ ਕਿਹੜੀ ਮੂਲੀ ਲੱਗਦੀ ਹੈ? ਉਹ ਥੱਲੇ ਸਾਰਿਆ ਜ਼ਮੀਨ ਹੁੰਦੀ ਹੈ, ਉੱਥੇ ਮੂਲੀਆਂ ਹੀ ਬੀਜੀਆਂ ਜਾਂਦੀਆਂ, ਨਾਲ ਗੋਂਗਲੂ ਬੀਜੇ। ਅੱਛਾ। ਉਹ ਰੋਜ਼ ਖੋਤਾੜੀ ਤੇ ਲੈ ਕੇ ਜਾਂਦੇ ਹਾਂ ਅਸੀਂ ਜਨਾਬ। ਕਿਰਾਇਆ ਵਾਵਾ ਲੱਗਦਾ ਸੀ। ਖੋਤਾ ਰੇੜੀ। ਉਹ ਮੈਂ ਅੱਬਾ ਜੀ ਨੂੰ ਕਿਹਾ, ਮੈਂ ਕਿਹਾ ਅੱਬਾ ਜੀ ਮੈਨੂੰ ਆਪਣੀ ਕੋ ਜ਼ਾਤੀ ਖੋਤਾ ਰੇੜੀ ਲੈ ਦਿਓ। ਅੱਛਾ। ਉਹ ਰੇੜੀ ਲਿੱਲੇ ਨਾ ਲੱਗੇ, ਤੇਰੇ ਅਗਰਾਂ ਦਾ ਜਾਨਵਰ ਜੋ ਲਿਆ। ਅੱਛਾ, ਹਾਸੇ ਵਾਲੀ ਗੱਲ। ਹਾਸੇ ਵਾਲੀ ਗੱਲ ਖੋਤਿਆ। ਉਹ ਜਨਾਬ ਲੈ ਕੇ ਮੈਂ ਆਇਆ ਵਾਂ ਮਰੀਦ ਕੇ। ਆੜਤਾਂ ਹੁੰਦੀਆਂ ਹਨ ਉੱਥੇ, ਮੈਂ ਅਮਰੂਦ ਵੇਚੇ। ਮੰਡੀ ਛੰਡੀ ਹੁੰਦੀਆਂ। ਜਦੋਂ ਮੈਂ ਵਾਪਸ ਆਉਣੇ ਉੱਥੇ ਇੱਕ ਨੀਵਾਂ ਜਿਹਾ ਥਾਣਾ ਹੁੰਦਾ ਸੀ। ਨੀਵਾਂ ਦਾ ਗੰਦਾ, ਜਿੱਥੋਂ ਸੁਬਾ ਮੂੰਹ ਧੋਂਦੇ ਹੋ। ਉਹ ਨਾਲਾ ਨਹੀਂ, ਉਹ ਥਾਣਾ। ਅੱਛਾ, ਥਾਣਾ। ਪੁਲਿਸ ਸਟੇਸ਼ਨ। ਅੱਛਾ, ਉਦੋਂ ਨੀਵਾਂ ਜਿਹਾ ਹੀ, ਹੁਣ ਤੇ ਬੜਾ ਸੋਹਣਾ ਹੋ ਗਿਆ। ਚੌਕੀ ਜਿਹਨੂੰ ਕਹਿੰਦੇ ਨੇ। ਅੱਛਾ। ਉਹ ਖੋਤਾ ਮੈਨੂੰ ਲੈ ਕੇ ਅੰਦਰ ਵੜ ਗਿਆ। ਖੋਤਾ ਫੁੱਫੀ ਦਾ ਪੁੱਤਰ ਹਜੇ ਜਿਹੜਾ ਤੁਹਾਨੂੰ ਲੈ ਕੇ ਅੰਦਰ ਵੜ ਗਿਆ। ਹੁਣ ਤੇਰੀ ਮੇਰੀ ਤੇ ਰਿਸ਼ਤੇਦਾਰੀ ਹੈ ਕੋ ਨਹੀਂ? ਨਹੀਂ, ਖੋਤੇ ਦਾ ਕੀ ਤਲਕ ਸੀ ਤੁਹਾਨੂੰ? ਉਹ ਨਹੀਂ ਮੈਨੂੰ ਨਹੀਂ ਪਤਾ ਕਿ ਕੀ ਚੱਕਰ ਬਣਿਆ। ਉਹ ਮੈਨੂੰ ਨਾ ਲੈ ਕੇ ਥਾਣੇ ਵੜ ਗਿਆ। ਉਹਨੇ ਵੜਨਾ ਸੀ ਜਦੋਂ ਖੋਤੇ ਦਾ ਵੀ 5000 ਤੁਹਾਡੇ ਉੱਤੇ ਬਣ ਗਿਆ ਸੀ, ਉਹਨੇ ਲੈ ਕੇ ਥਾਣੇ ਵੜਨਾ ਸੀ।
ਕਾਹਦਾ ਬੰਦੇ ਨੂੰ 5000 ਖੋਤੇ ਦਾ ਕਾਹਦਾ 5000 ਬਣ ਜਦੋਂ ਗਿਆ ਉਹਨੂੰ ਕੋਈ ਖਵਾਇਆ ਮਰੇ ਹੀ ਕੱਖ ਨਹੀਂ ਜਦੋਂ ਤੇ ਉਹਨੂੰ ਖਵਾਇਆ ਸੀ ਤੇ ਰੱਖਿਆ ਸੀ ਨਾ ਐਵੇਂ ਰੱਖ ਲਿਆ ਸੀ ਕਦੀ ਜ਼ਿੰਦਗੀ 'ਚ ਮੈਰ ਸਾਹਿਬ ਤੁਹਾਂ ਚੰਗੀ ਰੋਟੀ ਖਾਧੀ ਹੋਵੇ ਉਹ ਦਿਨ ਦੱਸ ਦਿਓ ਕੋਈ ਚੰਗੀ ਰੋਟੀ ਜਿਸ ਦਿਨ ਚੰਗੀ ਰੋਟੀ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਹੈ ਰੋਜ਼ ਖਾਈ ਦੀ ਏ ਅੱਛਾ ਜੀ ਖੋਤਾ ਜਿਹੜਾ ਵਾ ਉਹ ਲੈ ਕੇ ਵੜ ਗਿਆ। ਨਾਲੇ 'ਚ ਵੜ ਗਿਆ ਉਹ ਥਾਣੇ 'ਚ ਓਏ ਅੱਛਾ ਥਾਣੇ 'ਚ ਠੀਕ ਹੋ ਗਿਆ ਉਹ ਪੁਲਿਸ ਵਾਲਿਆਂ ਨੇ ਸੋਚਿਆ ਕਿ ਚਲੋ ਗਲਤੀ ਦੇ ਨਾਲ ਆ ਗਿਆ ਹੋਣਾ ਹਾਂ। ਉਹਨਾਂ ਮੈਨੂੰ ਬਾਹਰ ਕੱਢਿਆ ਨਾਲੇ 'ਚੋਂ ਉਹ ਥਾਣੇ 'ਚੋਂ ਭਰਾਵਾ ਥਾਣਾ ਪੁਲਿਸ ਸਟੇਸ਼ਨ ਅੱਛਾ ਚੌਕੀ ਹਾਂ, ਚੌਕੀ। ਇੰਜ ਕਹੋ ਨਾ ਮੈਂ ਪੜਿਆ ਲਿਖਿਆ ਬੰਦਾ ਵਾ ਤੇ ਨਹੀਂ ਪਤਾ ਉਹ ਜਨਾਬ ਦੂਸਰੇ ਦਿਨ ਫੇਰ ਖੋਤਾ ਲੈ ਕੇ ਮੈਨੂੰ ਚੌਕੀ 'ਚ ਵੜ ਗਿਆ ਉਹਨਾਂ ਫੇਰ ਬੜੇ ਪਿਆਰ ਨਾਲ ਮੈਨੂੰ ਬਾਹਰ ਕੱਢਿਆ ਤੀਸਰਾ ਦਿਨ ਹੋਇਆ ਤੇ ਖੋਤਾ ਫੇਰ ਉਧਰ ਨੂੰ ਉਹ ਮੈਨੂੰ ਫਿਰ ਉਹਨਾਂ ਖੋਤੇ ਨੂੰ ਕੁਛ ਨਹੀਂ ਕਿਹਾ ਮੈਨੂੰ ਫਿਰ ਉਹਨਾਂ ਉਹ ਡੰਡੇ ਫੇਰੇ ਨੇ ਮੈਂ ਆਉਂਦੇ ਅੱਬਾ ਜੀ ਨੂੰ ਕਿਹਾ ਮੈਂ ਕਿਹਾ ਖੋਤਾ ਵੇਚ ਦਿਓ ਫਿਰ ਤੈਨੂੰ ਵੇਚਿਆ ਹੁਣ ਤੂੰ ਕੋਟ ਸ਼ੋਟ ਪਾ ਕੇ ਇੰਟਰਵਿਊ ਲੈਣ ਆਇਆ ਏ ਖੁਦਾ ਦਾ ਖੌਫ ਕਰੋ ਜੀ ਇਹ ਹਾਂਜੀ ਆਪਣੇ ਇਰਫਾਨ ਮਹਿਰ ਸਾਹਿਬ ਜੀ। ਜਿਹੜੇ ਅੱਜ ਬੜੇ ਗੁੱਸੇ ਦੇ ਵਿੱਚ ਸਨ ਤੇ ਇਹਨੇ ਹੀ ਸਾਨੂੰ ਟਾਈਮ ਦਿੱਤਾ ਵੇ ਤੇ ਦੁਆ ਕਰੋ ਕਿ ਇਹਨਾਂ ਦਾ ਖੋਤਾ ਵੀ ਕਿਸੇ ਦੇ ਰਾਹ ਰਾਸਤੇ ਆ ਜਾ ਤੇ ਇਹ ਵੀ ਰਾਹ ਰਾਸਤੇ ਆ ਜਾਣ ਤੇ ਇਰਫਾਨ ਮਹਿਰ ਸਾਹਿਬ ਤੁਹਾਡੇ ਨਾਲ ਐਵੇਂ ਜੋਕ ਕਰ ਰਹੇ ਸਾਂ ਤੁਸੀਂ ਤੇ ਗੁੱਸਾ ਕਰ ਰਹੇ ਹੋ ਤੁਹਾਨੂੰ ਪਤਾ ਤੁਸੀਂ ਵੀ ਫਨਕਾਰ ਲੋਕ ਹੋ ਅਸੀਂ ਵੀ ਫਨਕਾਰ ਲੋਕ ਹੋ ਗੁੱਸਾ ਕਿਹੜੀ ਕਰਦਾ ਕਰ ਰਹੇ ਹੋ ਗੁੱਸਾ ਕਾਹਦਾ ਕਰਨਾ ਤੁਸੀਂ ਇੰਟਰਵਿਊ ਲੈ ਲਿਆ ਹਾਂਜੀ ਕੁਝ ਖਾਣਾ ਪੀਣਾ ਭਾਜੀ ਇਹ ਤੇ ਤੁਹਾਡੀ ਜ਼ਰਾ ਨਵਾਜ਼ੀ ਹੈ ਕਿ ਤੁਸੀਂ ਕੋਈ ਜੀ ਜਾ ਕੇ ਖਾ ਭਾਈ ਹਲੋ ਅਬੀਰ ਭਾਈ ਚੱਲ ਇਹ ਫੜਾ ਮੈਂ ਚੱਲ ਭਾਈ ਹਲੋ ਨਿਕਲ ਹਲੋ ਅੱਲਾ ਯਾਰ ਕੈਮਰਾ ਬੰਦ ਕਰ ਦੇ ਕੈਮਰਾ